देखो जिस तरह थोनों डॉक्टर साहब ने दस्सिया है, ਜਿਹੜਾ इंसाफ ਦਾ तकड़ी फड़न वाला हत्थ है ਉਹ ਅਟਲ ਚਾਹੀਦਾ ਹੈ, ਹਿੱਲਣਾ ਨਹੀਂ ਚਾਹੀਦਾ। ਜੇ ਉਹਦੇ 'ਚ ਪੱਖਪਾਤ ਤੇਰ ਮੇਰ ਆ ਗਿਆ, ਇਹ ਸਮਝੋ ਕਿ ਸਾਡੇ ਸਮਾਜ ਦਾ ਜੜੋਂ ਢਾਂਚਾ ਉਖੜ ਗਿਆ। ਹੁਣ ਕੀ ਹੈ, ਜਿਹੜਾ ਵਿਸ਼ਵਾਸ ਸਾਡਾ ਜੁਡੀਸ਼ਰੀ 'ਚ ਹੈ, ਜੁਡੀਸ਼ਰੀ ਦੀ ਵਰਕਿੰਗ 'ਚ ਹੈ, ਉਹ ਤਾਂ ਖੇਰੂ ਖੇਰੂ ਹੋ ਗਿਆ। ਅੱਜ ਆਮ ਲੋਕ ਕਹਿੰਦੇ ਹੈ ਕਿ ਅਦਾਲਤ ਦੇ ਵਿੱਚ ਜੱਜ ਕਿੰਨੇ ਪੈਸੇ ਲੈ ਲੂ, ਕਿੰਨੇ ਪੈਸਿਆਂ 'ਚ ਕਰਾ ਲਈਏ, ਇੱਥੇ ਸੱਚ ਬੋਲਣ ਦੀ ਲੋੜ ਨਹੀਂ ਹੈ, ਬਾਹਰ ਸੱਚ ਕਰ ਲਾਂਗੇ, ਅਦਾਲਤ 'ਚ ਅਸੀਂ ਸੱਚ ਬੋਲ ਕੇ ਕੀ ਲੈਣਾ। ਇਹ ਇੱਕ ਧਾਰਨਾ ਬਣ ਗਈ। ਹੁਣ ਇਹਦੇ ਚਲਦੇ ਚਲਦੇ ਜਿਹੜੇ ਜੱਜ ਸਿਲੈਕਟ ਹੁੰਦੇ ਆ, ਜਦ ਉਹਦੇ 'ਚ ਤੇਰਮੇਰ ਹੋਊਗਾ, ਉਹਦੇ 'ਚ ਜਿਹੜੇ ਯੋਗ ਵਿਅਕਤੀ ਉਹ ਰਹਿ ਜਾਣਗੇ, ਯੋਗੇ ਆ ਜਾਣਗੇ, ਤਾਂ ਫਿਰ ਕੀ ਹੋਊਗਾ, ਉਥਲ ਪੁਥਲ ਹੋਊਗਾ। ਉਹ ਹੋ ਰਿਹਾ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਬਹਾਨੇ ਆਨੇ ਸਾਰੀ ਸਿਲੈਕਸ਼ਨ ਹੈ ਜਿਹੜੀ ਜੁਡੀਸ਼ੀਅਲ ਆਫਿਸਰਸ ਦੀ, ਉਹ ਆਪਣੇ ਹੱਥ 'ਚ ਲੈ ਲਈ। ਹੁਣ ਇੱਕ ਨਵੀਂ ਪ੍ਰਤੀਕਿਰਿਆ ਬਣਾ ਲਈ। ਉਹ ਇਹ ਬਣਾ ਲਈ ਕਿ ਜਿਹੜੀ ਪ੍ਰਮੋਸ਼ਨ ਹੋਣੀ ਆ ਉਹਦੇ 'ਚ ਵੀ ਟੈਸਟ ਲੈਂਦੇ ਆ। ਪਹਿਲਾਂ ਤਾਂ ਸਿਲੈਕਸ਼ਨ 'ਚ ਵੱਢ ਦਿੰਦੇ ਆ, ਆਪਣੇ ਕਿਹੜੇ ਰੱਖਣੇ ਆ, ਜਿਹਨੂੰ ਨਹੀਂ ਰੱਖਣਾ ਉਹਨੂੰ ਕੱਢਦੇ ਆ। ਇੰਟਰਵਿਊ ਦਾ ਮਾਰਗ ਇੰਨਾ ਹੈ, 20% ਮਾਰਕਸ ਹੈ ਕਿ 15% ਨੂੰ ਤਾਂ ਇੱਕ ਨੂੰ 100% ਨੰਬਰ ਦੇ ਦੇਣੇ ਆ, ਦੂਜੇ ਨੂੰ 0 ਦੇ ਦੇਣੇ ਆ। ਜਿਹੜਾ ਉੱਪਰ ਹੈ ਉਹਨੂੰ ਥੱਲੇ ਲੈ ਜਾਣਾ, ਥੱਲੇ ਵਾਲੇ ਨੂੰ ਉੱਤੇ ਲੈ ਜਾਣਾ। ਇਕੱਲਾ ਇਹੀ ਨਹੀਂ, ਸਿਲੈਕਸ਼ਨ ਪਹਿਲੇ ਨੰਬਰ 'ਤੇ ਕਿਹਨੂੰ ਲੈ ਕੇ ਆਉਣਾ ਉਹ ਵੀ ਤੈਅ ਕਰਕੇ ਆਉਂਦੇ ਆ। ਪਹਿਲਾ ਨੰਬਰ ਕਿਉਂਕਿ ਜਿਹੜਾ ਮੇਰਾ ਭਤੀਜਾ ਹੈ, ਮੇਰਾ ਜਵਾਈ ਹੈ, ਮੇਰੀ ਧੀ ਹੈ, ਮੇਰੇ ਬ੍ਰਦਰ ਜੱਜ ਦਾ ਅੱਗੇ ਰਿਸ਼ਤੇਦਾਰ ਹੈ, ਜਾਂ ਜਿਹਦੇ ਨਾਲ ਮੈਂ ਅੱਗੇ ਰਿਸ਼ਤਾ ਕਰਨਾ ਹੈ, ਉਹਨੂੰ ਪਹਿਲੇ ਨੰਬਰ 'ਤੇ ਰੱਖੋ ਤਾਂ ਕਿ ਪ੍ਰਮੋਸ਼ਨ ਹੋਵੇ, ਉਹ ਸਭ ਤੋਂ ਪਹਿਲਾਂ ਉਹ ਪ੍ਰਮੋਟ ਹੋਵੇ। ਇਸ ਹੱਦ ਤੱਕ ਕੱਟ ਵੱਧ ਕੀਤੀ ਜਾਂਦੀ ਹੈ ਸਿਲੈਕਸ਼ਨ ਦੇ ਵਿੱਚ। ਫਿਰ ਆ ਜਾਂਦੇ ਜਦ ਐਡੀਸ਼ਨਲ ਸੈਸ਼ਨ ਜੱਜ ਬਣਦੇ ਆ, ਡਿਸਟ੍ਰਿਕਟ ਜੱਜ, ਫਿਰ ਉਹਦੇ ਟੈਸਟਾਂ 'ਚ ਉੱਥੇ ਰਗੜਦੇ ਆ। ਮੈਨੂੰ ਇੱਕ ਜਗ੍ਹਾ ਗਿਆ, ਮੈਂ ਨਾਮ ਤਾਂ ਕੀ ਲੈਣਾ, 2 ਮੇਰੇ ਕੋਲ ਆ ਕੇ ਰੋਏ ਨਹੀਂ, ਬਾਕੀ ਸਭ ਕੁਝ ਹੋ ਗਿਆ, ਮੂੰਹ ਲੰਮੇ, ਬੁਰਾ ਹਾਲ। ਕਹਿੰਦੇ ਅਸੀਂ ਗੋਲਡ ਮੈਡਲਿਸਟ ਹਾਂ, ਸਾਡੇ ਕੰਮ 'ਚ ਕੋਈ ਕਮੀ ਨਹੀਂ ਹੈ, ਸਾਨੂੰ ਕਦੇ ਐਡਵਰਸ ਰਿਮਾਰਕ ਨਹੀਂ ਮਿਲਿਆ, ਪਰ ਜਿਹੜਾ ਮੇਰੇ ਤੋਂ ਜੂਨੀਅਰ ਹੈ ਉਹਨੂੰ ਪ੍ਰਮੋਟ ਕਰਤਾ ਅਤੇ ਮੈਂ ਉੱਥੇ ਹੀ ਬੈਠਾ। ਅੱਜ ਤੱਕ ਇਹ ਤਾਂ ਹੁੰਦਾ ਸੀਗਾ ਕਿ ਇਹ ਜਿਹੜੇ ਜੱਜ ਹੈ ਇਹ ਆਪਣੇ ਬੰਦਿਆਂ ਨੂੰ ਸਿਲੈਕਟ ਕਰਨ ਦਾ ਤਰੀਕਾ ਨਹੀਂ ਦੱਸਦੇ। ਉਹ ਤਾਂ ਪਤਾ ਹੀ ਹੈ ਤੁਹਾਨੂੰ, ਕਿਸੇ ਨੂੰ ਨਹੀਂ ਪਤਾ ਕਿਉਂ ਕਿਹਨੂੰ ਸਿਲੈਕਟ ਕੀਤਾ। ਹੁਣ ਤਾਂ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਹੇਰਾਫੇਰੀ ਕਰਨ ਲੱਗ ਗਏ। ਇਹਨਾਂ ਦਾ ਪਿੱਛੇ ਇੱਕ ਪੰਜਾਬ ਦਾ ਤਾਂ ਇੱਕ ਜੱਜ ਫੜਿਆ ਗਿਆ ਜਿਹਨੇ ਪੇਪਰ ਲੀਕ ਕੀਤਾ, ਪੇਪਰ ਲੀਕ ਕਰਕੇ ਉਹਨੂੰ ਨੰਬਰ 1 ਲੈ ਕੇ ਆਇਆ। ਹੁਣ ਇਸ ਹਾਲਾਤ ਤੋਂ ਬਚਣ ਲਈ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਪਾਰਦਰਸ਼ਕ ਹੋਣਾ ਚਾਹੀਦਾ ਹੈ, ਇਹਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਹੈ। ਜੇ ਤੁਸੀਂ ਇੰਟਰਵਿਊ ਦੇ ਨੰਬਰ ਬਹੁਤ ਜ਼ਰੂਰੀ ਸਮਝਦੇ ਹੋ, ਇੰਟਰਵਿਊ ਦੇ ਨੰਬਰ ਮਹਿਜ਼ 1% ਤੋਂ ਉੱਤੇ ਨਹੀਂ ਚਾਹੀਦਾ, ਮਹਿਜ਼ 1%। ਤੁਸੀਂ ਜੇ ਰਿਟਨ ਟੈਸਟ ਤੁਹਾਡਾ ਸਿਸਟਮ ਸਹੀ ਨਹੀਂ ਹੈ, ਜੇ ਉਹ ਪੈਮਾਨਾ ਗਲਤ ਹੈ, ਫਿਰ ਪੈਮਾਨਾ ਬਦਲ ਲਓ। ਰਿਟਨ ਟੈਸਟ ਦੇ ਕੇ ਆਉਂਦਾ ਹੈ, ਰਿਟਨ ਟੈਸਟ ਬਹੁਤ ਹੈ, ਰਿਟਨ ਟੈਸਟ ਤੋਂ ਸਿਲੈਕਸ਼ਨ ਕਰੋ। ਅਤੇ ਜਿਹੜਾ ਜੱਜ ਤੁਹਾਡੇ ਅੰਡਰ ਕੰਮ ਕਰ ਰਿਹਾ ਹੈ, ਇਹ ਤਾਂ ਕਹੋ ਕਿ ਆ ਨਲਾਇਕ ਹੈ, ਪ੍ਰਮੋਸ਼ਨ ਦੇ ਲਾਇਕ ਨਹੀਂ, ਪਰ ਇਹ ਕਹਿਣਾ ਕਿ ਇਹਨਾਂ 'ਚੋਂ ਆਹ ਲੈ ਕੇ ਇਹਨੂੰ ਪ੍ਰਮੋਟ ਕਰ ਦਈਏ, ਜੂਨੀਅਰ ਅਤੇ ਸੀਨੀਅਰ ਨੂੰ ਥੱਲੇ ਕਰ ਦਈਏ, ਇਹ ਗੁਨਾਹ ਹੈ, ਇਹ ਬੇਈਮਾਨੀ ਹੈ, ਇਹ ਠੱਗੀ ਹੈ। ਅਤੇ ਮੈਂ ਇੱਕ ਹੋਰ ਦੱਸਾਂ, ਇਮਾਨਦਾਰੀ ਉਦੋਂ ਤੱਕ ਨਹੀਂ ਆਣੀ ਜਦ ਤੱਕ ਜਿਹੜੇ ਹਾਈ ਕੋਰਟ ਦੇ ਜੱਜ ਆ ਉਹ ਦੂਜੇ ਹਾਈ ਕੋਰਟ 'ਚ ਭੇਜੇ ਜਾਣ। ਸਾਡੇ ਬਾਹਰਲੇ ਇੱਥੇ ਆਉਂਦੇ ਆ, ਉਹਨਾਂ ਤੋਂ ਬਾਹਰ ਖੁਸ਼ ਹੁੰਦੀ ਹੈ। ਲੋਕਲਾਂ ਦੇ ਵਿੱਚ ਤਾਂ ਸ਼ਕਲ ਵਕੀਲ ਦੀ ਦੇਖ ਕੇ ਰਿਲੀਫ ਮਿਲਦਾ ਹੈ। ਜਿਹੜਾ ਸੁਪਰੀਮ ਕੋਰਟ ਜੱਜ ਦਾ ਜਵਾਈ ਹੈ, ਉਹਦੀ ਫੀਸ 5-5 ਲੱਖ 10-10 ਲੱਖ ਕਿਉਂ ਹੁੰਦੀ ਹੈ? ਜਿਹੜੇ ਕਾਬਲ ਵਕੀਲ ਹੈ, ਚੰਗੇ ਹੈ, ਉਹਨਾਂ ਨੂੰ 20,000 ਕੋਈ ਨਹੀਂ ਦਿੰਦਾ। ਅਤੇ ਜਿਹਨਾਂ ਦੀ ਦੁਕਾਨ ਸੱਜ ਜਾਂਦੀ ਹੈ ਸਾਲ ਦੇ ਵਿੱਚ ਹੀ, ਕਿਉਂਕਿ ਉਹ ਜੱਜ ਦੇ ਰਿਸ਼ਤੇਦਾਰ ਹੈ, ਜੱਜ ਦੇ ਭਰਾ ਹੈ, ਜੱਜ ਦੇ ਜਵਾਈ ਹੈ, ਜੱਜ ਦੀ ਧੀ ਹੈ। ਅਤੇ ਜਿਹੜੇ ਮਿਹਨਤੀ ਵਕੀਲ ਹੈ ਉਹ 20-20 ਸਾਲ ਵਿਚਾਰੇ ਧੱਕੇ ਖਾਂਦੇ ਆ, ਉਹਨਾਂ ਦੀ ਰੋਟੀ ਦੀ ਗੁਜ਼ਰ ਨਹੀਂ ਹੁੰਦੀ। ਇਹ ਗੱਲਾਂ ਦੇਖਣ ਲਾਇਕ ਹੈ। ਪਲੱਸ ਇਹ ਵੀ ਦੇਖਣ ਲਾਇਕ ਹੈ ਕਿ ਜਦ ਤੱਕ ਤੁਸੀਂ ਇਹਨੂੰ ਸਾਫ਼ ਨਹੀਂ ਕਰੋਗੇ, ਸਵੱਛ ਨਹੀਂ ਕਰੋਗੇ, ਸੁਥਰਾ ਨਹੀਂ ਕਰੋਗੇ, ਉਨੀ ਦੇਰ ਤੱਕ ਇਮਾਨਦਾਰੀ ਨਹੀਂ ਆਊਗੀ। ਅਤੇ ਜਿਹੜਾ ਵਿਤਕਰਾ ਹੋ ਰਿਹਾ ਬੱਚਿਆਂ ਨਾਲ, ਜਿਹੜੇ ਜੱਜ ਬਣਨਾ ਚਾਹੁੰਦੇ ਹੈ, ਜਿਹੜੇ ਇਸ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹੈ, ਉਹ ਧੱਕਾ ਸਹਿਣਯੋਗ ਨਹੀਂ ਹੈ। ਸਭ ਤੋਂ ਵੱਡਾ ਪਾਪ ਹੈ। ਪਾਪ ਤਾਂ ਸਾਰੇ ਹੀ ਹੈ। ਤੁਸੀਂ ਬੇਈਮਾਨੀ ਨਾਲ ਫੈਸਲੇ ਕਰਦੇ ਹੋ, ਪਾਪ ਤਾਂ ਉਹ ਵੀ ਹੈ। ਤੁਸੀਂ ਬੇਈਮਾਨੀ ਨਾਲ ਕਲਰਕ ਸਿਲੈਕਟ ਕਰਦੇ ਹੋ, ਪਾਪ ਉਹ ਵੀ ਹੈ। ਤੁਸੀਂ ਬੇਈਮਾਨੀ ਨਾਲ ਸਟੈਨੋ ਸਿਲੈਕਟ ਕਰਦੇ ਹੋ, ਐਲਮਨ ਸਿਲੈਕਟ ਕਰਦੇ ਹੋ, ਪਾਪ ਤਾਂ ਉਹ ਵੀ ਹੈ।
ਪਰ ਤੁਸੀਂ ਜੇ ਜੱਜ ਵੀ ਬੇਈਮਾਨੀ ਨਾਲ ਕਰੋਗੇ, ਜਿਹੜਾ ਬੇਈਮਾਨੀ ਦੇ ਆਧਾਰ ਤੇ ਬੇਈਮਾਨੀ ਦੀ ਨਿਉ ਤੇ ਇਮਾਰਤ ਖੜੀ ਕਰੂਗਾ ਉਹਨੇ ਬੇਈਮਾਨੀ ਹੀ ਕਰਨੀ ਹੈ। ਸੋ ਇਹ ਜਿਹੜਾ ਨਿਉ ਦੇ ਵਿੱਚ ਦਰਾੜ ਪਈ ਹੋਈ ਹੈ, ਜਿਹੜੀ ਇਹ ਰੇਤੇ ਤੇ ਇਮਾਰਤ ਬਣੀ ਹੋਈ ਹੈ, ਇਹਦਾ ਪੁਨਰਗਠਨ ਕਰੋ। ਸਾਡੀ ਇਹ ਬਹੁਤ ਵੱਡੀ ਮੰਗ ਹੈ। ਦੇਖੋ, ਸਾਡੇ ਚੀਫ ਜਸਟਿਸ ਆਫ ਇੰਡੀਆ ਬਹੁਤ ਵਧੀਆ ਬੰਦੇ ਨੇ, ਪਰ ਇੱਕ ਸਵਾਲ ਉੱਠਦਾ ਕਿ ਇਹਨਾਂ ਦਾ ਬਾਪ ਵੀ ਜੱਜ, ਇਹਨਾਂ ਦਾ ਦਾਦਾ ਵੀ ਜੱਜ। ਇਹ ਬੜੀ ਅਜੀਬ ਜਿਹੀ ਗੱਲ ਹੈ ਕਿ ਰਾਜੇ ਦੇ ਤੇ ਰਾਣੀ ਦੇ ਕੁੱਖੋਂ ਹੀ ਰਾਜਾ ਜੰਮੂਗਾ। ਇਹ ਕਿੱਧਰ ਦਾ ਹੋ ਗਿਆ? ਇਹ ਗਣਤੰਤਰ ਦੇ ਵਿੱਚ ਇਹਦੇ 'ਚ ਗੁਜ਼ਾਰ ਨਹੀਂ ਹੈ ਕਿ ਰਾਜੇ ਦਾ ਮੁੰਡਾ ਰਾਜਾ, ਫਿਰ ਉਹਦਾ ਮੁੰਡਾ ਕੁੰਵਰ ਸਾਹਿਬ, ਫਿਰ ਉਹ ਰਾਜਾ। ਜਿਵੇਂ ਇਹ ਰਾਜੇ ਦੇ ਬੱਚੇ ਰਾਜੇ ਬਣ ਰਹੇ ਆ ਅੱਜ ਕੱਲ੍ਹ। ਤੁਸੀਂ ਦੇਖੀ ਜਾਂਦੇ ਹੋ, ਰੋਜ਼ ਹੀ ਦੇਖ ਲਓ। ਤੁਸੀਂ ਹਾਈ ਕੋਰਟ ਆਪਣਾ ਹੀ ਲੈ ਲਓ, ਹਾਈ ਕੋਰਟ ਦੇ ਜੱਜਾਂ ਨੂੰ ਕੱਢ ਲਓ। ਕੋਈ ਕਿਸੇ ਦਾ ਜੂਨੀਅਰ ਹੈ, ਕੋਈ ਕਿਸੇ ਦਾ ਸੀਨੀਅਰ ਹੈ, ਕੋਈ ਕਿਸੇ ਜੱਜ ਦਾ ਪੋਤਾ ਹੈ, ਕੋਈ ਕਿਸੇ ਜੱਜ ਦਾ ਜਵਾਈ ਹੈ, ਕੋਈ ਕਿਸੇ ਜੱਜ ਦੀ ਧੀ ਹੈ, ਕੋਈ ਕਿਸੇ ਜੱਜ ਦਾ ਜੂਨੀਅਰ ਹੈ। ਐਂਡ ਦੂਜਾ ਜਿਹੜਾ ਆਮ ਯੋਗਤਾ ਵਾਲਾ ਵੀ ਹੈ, ਉਹ ਵੀ ਮਾफ़ ਕਰਨਾ ਉਹ ਹੈ ਜਿਹੜੇ ਜੱਜਾਂ ਦਾ ਵੀ ਬੜਾ ਧਿਆਨ ਰੱਖਦੇ ਰਹਿੰਦੇ ਬਤੌਰ ਵਕੀਲ, ਜੱਜਾਂ ਨੂੰ ਵੀ ਖੁਸ਼ ਰੱਖਦੇ ਆ। ਇਹ ਬਹੁਤ ਮਾੜਾ ਹਾਲ ਹੈ। ਹਾਈ ਕੋਰਟ ਚਲੇ ਜਾਓ ਤੁਸੀਂ, ਪੂਰੀ ਬਾਰ ਨੂੰ ਪਤਾ ਇਸ ਜੱਜ ਦੇ ਕਿਹੜਾ ਵਕੀਲ ਕਰ ਲਓ, ਇਹ ਜੱਜ ਦੇ ਕਿਹੜਾ ਵਕੀਲ ਕਰ ਲਓ। ਕਮਾਲ ਹੈ। ਇਹ ਧੰਦਾ ਤਾਂ ਹੁੰਦਾ ਜਦ ਲਿਆਕਤ ਬਿਨਾਂ ਵਾਲੇ ਬੰਦੇ, ਈਮਾਨ ਬਿਨਾਂ ਵਾਲੇ ਬੰਦੇ ਸਿਲੈਕਟ ਕਰਕੇ ਆਉਂਦੇ ਆ। ਅਸੀਂ ਇਹ ਤਾਣਾ ਬਾਣਾ ਤੋੜਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਇਹਦੇ ਵਿੱਚ ਇਹ ਨਹੀਂ ਹੈ ਕਿ ਟੁੱਟੇ, ਲੋਕਾਂ ਨੂੰ ਵਿਸ਼ਵਾਸ ਹੋਵੇ। ਜਿਹੜਾ ਬੱਚਾ ਸਕਸੀਡ ਨਹੀਂ ਕਰਦਾ ਉਹ ਕਹੇ ਹਾਂ ਯਾਰ ਅਗਲੀ ਵਾਰ ਮਿਹਨਤ ਕਰੂੰਗਾ, ਇਹ ਬੱਚਾ ਮੇਰੇ ਤੋਂ ਸਿਆਣਾ ਸੀ, ਇਹ ਚਲੇ ਗਿਆ। ਹੁਣ ਜਿਹੜਾ ਯੂਨੀਵਰਸਿਟੀ 'ਚ ਗੋਲਡ ਮੈਡਲ ਲੈ ਕੇ ਆਉਂਦਾ ਤੇ ਤੁਹਾਡੀ ਸਿਲੈਕਸ਼ਨ 'ਚ ਆਉਂਦਾ ਹੀ ਨਹੀਂ, ਇਹ ਤਾਂ ਹਜਮ ਨਹੀਂ ਹੁੰਦੀ। ਸੋ ਅਸੀਂ ਇਹ ਸੁਧਾਰ ਚਾਹੁੰਦੇ ਹਾਂ, ਇਹਦੇ ਲਈ ਅੱਜ ਇਕੱਠੇ ਹੋਏ ਹਾਂ ਤੇ ਤੁਹਾਡੇ ਰਾਹੀਂ ਇਹ ਆਵਾਜ਼ ਬਣਾਉਣਾ ਚਾਹੁੰਦੇ ਹਾਂ। ਕੋਈ ਸਵਾਲ ਹੋਵੇ ਜਵਾਬ ਦੇ ਸਕੋ। आपने क्या कि पिछली जितनी भी परीक्षाएं होनी है वो बेईमानी ना हुई, किन्ने ਕੁ ਤੁਸੀਂ ਸੋਚਦੇ ਹੋ ਬੇਈਮਾਨੀ ਨਹੀਂ? ਤੁਹਾਨੂੰ ਅਗਰ ਉਹ ਬੱਚਿਆਂ ਨੂੰ ਅੱਗੇ ਜਾਣਾ ਹੋਵੇ, ਉਸ ਚੀਜ਼ ਨੂੰ ਚੈਲੰਜ ਕਰਨਾ ਹੋਵੇ ਤਾਂ ਉਹ ਕਿੱਥੇ ਜਾ ਸਕਦੇ ਨੇ? ਰਵੀ ਸਿੱਧੂ 'ਚ ਜਿੰਨੀ ਹੋਈ ਉਨੀ ਕੀ ਹੁੰਦੀ ਅੱਜ ਕੱਲ੍ਹ। ਉਹ ਇਸ ਤੋਂ ਉੱਤੇ ਮੈਂ ਕੀ ਦੱਸਾਂ ਤੁਹਾਨੂੰ। ਉਹ ਮੰਨਦਾ ਸੀ ਰਵੀ ਸਿੱਧੂ ਕਿ ਮੈਂ ਪੈਸੇ ਬਿਨਾਂ ਨਹੀਂ ਕਰਦਾ? ਮੰਨਿਆ ਉਹ ਕਦੇ? ਕਿਵੇਂ ਪੈਸੇ ਨਿਕਲੇ? ਉਦੋਂ ਤੱਕ ਤੁਹਾਨੂੰ ਕਿਸੇ ਨੂੰ ਖਿਆਲ ਸੀ ਕਿ ਇੰਨੀ ਹੇਰਾਫੇਰੀ ਹੁੰਦੀ ਹੋਊਗੀ? ਅੱਜ ਵੀ ਉਵੇਂ ਹੀ ਹੁੰਦੀ ਹੈ, ਅੱਜ ਵੀ ਉਵੇਂ ਹੀ ਹੁੰਦੀ ਹੈ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਚੀਫ ਜਸਟਿਸ ਮੱਧ ਪ੍ਰਦੇਸ਼ 'ਚੋਂ ਆ ਜਾਂਦਾ ਇੱਥੇ, ਫਿਰ ਮੱਧ ਪ੍ਰਦੇਸ਼ ਦੇ ਬੰਦੇ ਕਿਉਂ ਨਿਯੁਕਤ ਹੋਣੇ ਸ਼ੁਰੂ ਹੋ ਜਾਂਦੇ ਆ ਕਲਰਕ? ਹਾਈ ਕੋਰਟ ਜੱਜ ਦੇ ਜਿਹੜੇ ਮੁੰਸ਼ੀ ਰਹੇ ਆ ਉਹ ਰਿਸਟੋਰਰ ਕਿਵੇਂ ਲੱਗ ਜਾਂਦੇ ਹਾਈ ਕੋਰਟ ਦੇ ਵਿੱਚ? ਸਰ ਗੱਲ ਇਹ ਹੈ, ਇਹ ਜਿਹੜੀ ਚੁੰਬਕ ਹੈ ਨਾ ਤੇਰ ਮੇਰ ਦੀ, ਇਹ ਖਿੱਚਦੀ ਹੈ। ਹੁਣ ਇੱਥੇ ਤੁਸੀਂ ਸਟੈਨੋ ਲਈ ਇੱਕ ਨੌਕਰੀ ਨਿਕਲਦੀ ਹੈ ਤਾਂ 4000 ਬੰਦਾ ਅਪਲਾਈ ਕਰਦਾ। ਤੁਸੀਂ ਕਚਹਿਰੀ 'ਚ ਆ ਕੇ ਦੇਖੋ, ਪੀਐਨ ਦੀ ਨੌਕਰੀ ਲਈ MBA ਪੋਸਟ ਗ੍ਰੈਜੂਏਟ, ਪਰ ਉਹ ਸਿਲੈਕਟ ਨਹੀਂ ਹੁੰਦੇ। ਜਿਹਨੇ ਘਰ ਭਾਂਡੇ ਮਾਂਜੇ ਹੁੰਦੇ 5 ਸਾਲ, ਉਹ ਸਿਲੈਕਟ ਹੁੰਦਾ। ਜਿਹੜੇ ਮੁਫਤ ਸੇਵਾ ਕੀਤੀ ਹੁੰਦੀ ਹੈ, ਮਾਈ ਲਾਟ ਦੀਆਂ ਲੱਤਾਂ ਘੁੱਟੀਆਂ ਹੁੰਦੀਆਂ, ਉਹ ਲੱਗਦਾ। ਇਹ ਚਰਚਾ ਹੈ, ਕਿਹਨੇ ਤੋੜਨੀ? ਅਸੀਂ ਤਾਂ ਨਹੀਂ ਤੋੜਨੀ। ਅਸੀਂ ਬੋਲਣਾ ਵੀ ਨਹੀਂ ਚਾਹੁੰਦੇ ਸੀ ਇਹ, ਪਰ ਬੋਲਣ ਤੇ ਮਜਬੂਰ ਹੈ। ਹੁਣ ਹਾਈ ਕੋਰਟ ਨੇ ਕੱਲ੍ਹ ਇੱਕ ਸਟ੍ਰਾਈਕ ਕੀਤੀ ਹੈ ਇੱਕ ਜੱਜ ਸਾਹਿਬ ਦੇ ਖਿਲਾਫ ਕਿ ਜੀ ਬਦਸਲੂਕੀ ਨਾਲ ਬੋਲੇ ਆ ਜੱਜ ਸਾਹਿਬ ਕਿਸੇ ਵਕੀਲ ਨਾਲ। ਉਸ ਦਿਨ ਪੂਰੇ ਹਾਈ ਕੋਰਟ ਦੇ ਵਕੀਲ ਸਾਹਿਬਾਨ ਨੂੰ ਕਬੂਲ ਸੀ ਜੋ ਸਿੱਖ ਉਹਦੇ ਨਾਲ ਹੋਇਆ ਸੀ। ਜਿਹਨੂੰ ਸੁਣਿਆ ਤੱਕ ਨਹੀਂ ਗਿਆ ਉਹ ਕਬੂਲ ਸੀ। ਗੁਆਂਢੀ ਦਾ ਅੱਗ ਲਾ ਦਿਓ ਤਾਂ ਠੀਕ ਹੈ, ਪਰਲੇ ਗੁਆਂਢੀ ਦਾ ਲਾ ਦਿਓ ਤਾਂ ਠੀਕ ਹੈ, ਮੇਰੇ ਘਰ ਨੂੰ ਅੱਗ ਲਾਓ ਉਦੋਂ ਚੀਕ ਨਿਕਲੂਗੀ। ਇਹ ਉੱਠਣਾ ਪੈਣਾ। ਅੱਜ ਬਰਜਿੰਦਰ ਹਮਦਰਦ ਨਾਲ ਜੋ ਹੋ ਰਿਹਾ, ਤੁਸੀਂ ਤਾਂ ਆਪ ਹੁਣ ਪੀੜਿਤ ਹੋ। ਤੁਹਾਡੇ ਇੱਕ ਬੰਦੇ ਲੇਡੀ ਨੂੰ ਦਿੱਲੀੋਂ ਆਈ ਹੈ, ਫੜ ਕੇ ST SC ਐਕਟ ਦਾ ਕੇਸ ਰਜਿਸਟਰ ਕਰਤਾ। ਮਾफ़ ਕਰਨਾ, ਅਸੀਂ ਤਾਂ ਕੁਰਲਾ ਰਹੇ ਹਾਂ ਗਲਾ ਪਾੜ ਕੇ, ਤੁਸੀਂ ਕਿਉਂ ਨਹੀਂ ਕੁਰਲਾਏ? ਤੁਸੀਂ ਵੀ ਕੁਰਲਾਓ। ਇਹ ਹਿੰਦੁਸਤਾਨ 'ਚ ਇਕੱਠੇ ਹੋਣਾ ਪੈਣਾ, ਸਭ ਨੂੰ ਏਕਾ ਕਰਨਾ ਪੈਣਾ, ਨਹੀਂ ਤਾਂ ਇਸ ਕਿਸਮ ਦੇ ਧੱਕੇ ਹੁੰਦੇ ਰਹਿਣਗੇ। ਅੱਜ ਤੁਹਾਡੇ ਵੀ ਮੈਂ ਬਹੁਤ ਅਪੀਲ ਕਰਦਾ ਕਿ ਬਰਜਿੰਦਰ ਹਮਦਰਦ ਜੀ ਵਾਲੇ ਕੇਸ 'ਤੇ ਵੀ ਉੱਠੋ, ਛੱਡ ਦਿਓ ਆਪਣੀ ਪ੍ਰੋਫੈਸ਼ਨਲ ਰਾਈਵਲਰੀਜ਼, ਉੱਠੋ ਉੱਠ ਕੇ ਇਸ ਦੇਸ਼ ਨੂੰ ਬਚਾਉਣਾ। ਜੇ ਦੇਸ਼ ਨੂੰ ਇਸ ਸਦੀ ਦੇ ਵਿੱਚ ਵਿਸ਼ਵ ਗੁਰੂ ਬਣਾਉਣਾ ਹੈ, ਵਿਸ਼ਵ ਗੁਰੂ ਕਹਿਣ ਦੇ ਨਾਲ ਨਹੀਂ ਬਣਨਾ, ਵਿਸ਼ਵ ਗੁਰੂ ਯੋਗਤਾ ਦੇ ਲੋਕਾਂ ਦੇ ਹੱਥ ਦੇ ਵਿੱਚ ਰਾਜ ਭਾਗ ਤੇ ਸ਼ਕਤੀ ਆਊਗੀ ਤਾਂ ਵਿਸ਼ਵ ਗੁਰੂ ਬਣਨਾ ਹੈ। ਇਹ ਕਹਿਣ ਨਾਲ ਨਹੀਂ ਬਣਨਾ ਵਿਸ਼ਵ ਗੁਰੂ। ਅੱਜ ਤੁਸੀਂ ਕਹਿੰਦੇ ਆ ਚੀਕਾਂ ਪਾੜ ਕੇ 300 ਬੰਦੇ ਅਰੈਸਟ, ਬੋਰਡ ਭਰੇ ਪਏ ਹੈ। ਤੁਸੀਂ ਹਿੱਕ ਤੇ ਹੱਥ ਰੱਖ ਕੇ ਦੱਸੋ ਸਬ ਰਜਿਸਟਰ ਆਫਿਸ 'ਚ ਰਿਸ਼ਵਤ 5 ਗੁਣੀ ਹੋ ਗਈ ਕਿ ਨਹੀਂ ਹੋ ਗਈ? ਜਿਹੜੀ 10,000 ਰਿਸ਼ਵਤ ਹੁੰਦੀ ਸੀ ਅੱਜ 50,000 ਲੱਖ ਹੋ ਨਹੀਂ ਗਈ। ਤੁਸੀਂ ਜਾਂਦੇ ਨਹੀਂ ਸਾਰੇ ਕਿਤੇ। ਤੇ ਇੰਨਾ ਝੂਠ ਬੋਲਣਾ, ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ।
10 ਰੁਪਏ ਲੀਟਰ ਤੇਲ ਵਧਾ ਦਿਓ, ਬਿਜਲੀ ਮਾਫ ਕਰ ਦਿਓ, ਵੋਟਾਂ ਖਰੀਦਣ ਦੇ ਸੌਦੇ ਬੰਦ ਕਰਨੇ ਪੈਣੇ ਆ। ਇਹ ਜਿੱਦਣ ਤੱਕ ਵੋਟ ਵਿਕਦੀ ਰਹੂਗੀ, ਆਪਣਾ ਮਾਣ ਤੁਹਾਡਾ ਮੇਰਾ ਅਸੀਂ ਮਾਣ ਵੇਚਦੇ ਰਵਾਂਗੇ। ਕੱਲਾ ਇਹ ਨਹੀਂ ਹੈ ਕਿ ਮੈਂ ਬੇਈਮਾਨੀ ਕੀਤੀ ਤੇ ਮੈਂ ਬੇਈਮਾਨ ਹੈ, ਮੈਂ ਬੇਈਮਾਨੀ ਹੁੰਦੀ ਦੇਖੀ ਮੈਂ ਉਦੋਂ ਵੱਡਾ ਬੇਈਮਾਨ ਹੈ। ਗੁਰੂ ਸਾਹਿਬ ਨੇ ਕਿਹਾ, ਦਸ਼ਮੇਸ਼ ਪਿਤਾ ਨੇ, ਜੁਰਮ ਕਰਨ ਵਾਲੇ ਨਾਲੋਂ ਜੁਰਮ ਸਹਿਣ ਵਾਲਾ ਉਦੋਂ ਵੱਡਾ ਹੈ, ਜੁਰਮ ਸਹਿਣ ਵਾਲੇ ਨਾਲੋਂ ਜੁਰਮ ਹੁੰਦਾ ਦੇਖਣ ਵਾਲਾ ਉਦੋਂ ਵੱਡਾ ਜੁਰਮ ਵਾਲਾ ਬੰਦਾ। ਸੋ ਇਹ ਉੱਠੀਏ, ਜੇ ਦੇਸ਼ ਦੇ ਨਾਲ ਪਿਆਰ ਹੈ, ਇਹ ਤਿਰੰਗੇ ਝੰਡੇ ਲਹਿਰਾ ਕੇ ਜਿਹੜਾ ਸੂਡੋ ਨੈਸ਼ਨਲਿਜ਼ਮ ਸ਼ੁਰੂ ਕਰਤਾ ਅੱਜ ਕੱਲ੍ਹ ਨਵਾਂ ਦਿਖਾਵੇ ਦਾ ਨੈਸ਼ਨਲਿਜ਼ਮ, ਇਹ ਨਹੀਂ ਹੋਣਾ। ਝੰਡਿਆਂ ਨਾਲ ਨੈਸ਼ਨਲਿਜ਼ਮ ਨਹੀਂ ਹੋਣਾ, ਝੰਡੇ ਤਾਂ ਅੰਦਰ ਵਸਣੇ ਚਾਹੀਦੇ ਆ, ਤਾਂ ਨੈਸ਼ਨਲਿਜ਼ਮ ਹੋਣਾ। ਜੇ ਦੇਸ਼ ਨੂੰ ਬਚਾਉਣਾ ਸਭ ਨੂੰ ਇਕੱਠੇ ਹੋਣਾ ਪਊਗਾ। ਮੈਂ ਐਡਵੋਕੇਟ ਰਵਨੀਤ ਕੌਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪ੍ਰੈਕਟਿਸ ਕਰਦੀ ਹਾਂ। ਸਰ, ਇੱਕ ਮੁੱਦਾ ਸੀਗਾ ਕਿ ਗੁੜਗਾਉਂ ਦੇ ਵਿੱਚ ਇੱਕ FIR ਦਰਜ ਹੋਈ ਪਬਲਿਕ ਪ੍ਰੋਸੀਕਿਊਟਰ ਨੇ, ਔਰ ਇਸ ਤੋਂ ਪਹਿਲੇ ਵੀ ਐਕਚੁਅਲੀ ਬਹੁਤ ਸਾਰੇ ਕੇਸਿਸ ਹੋਏ ਜਿੱਥੇ ਲੜਕੀਆਂ ਨੇ ਸੁਸਾਈਡ ਕੀਤਾ ਵਿਦ ਦਾ ਸੇਮ ਰੀਜ਼ਨ। ਪਹਿਲੇ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ, ਫਿਰ ਜੇ ਕਿਤੇ ਉਹ FIR ਦਰਜ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਲੀਗਲ ਪ੍ਰੋਸੈਸ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਉੱਥੇ ਉਹਨਾਂ ਨੂੰ ਇੰਨਾ ਮੈਂਟਲੀ ਟੌਰਚਰ ਕੀਤਾ ਜਾਂਦਾ ਹੈ ਕਿ ਫਿਰ ਉਹਨਾਂ ਨੂੰ ਸੁਸਾਈਡ ਤੱਕ ਕਰਾਇਆ ਜਾਂਦਾ। ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਸੁਸਾਈਡ ਆਪ ਕੀਤਾ ਸੀ ਜਾਂ ਇਹ ਪਲਾਨ ਮਰਡਰ ਸੀ, ਕਿ ਅਗਲੇ ਨੂੰ ਮਾਰ ਕੇ ਤੁਸੀਂ ਪੱਖੇ ਤੇ ਟੰਗ ਦਿਓ, ਵੈਦਰ ਯੂ ਕਾਲ ਇਟ ਸੁਸਾਈਡ, ਆਈ ਕਾਲ ਇਟ ਪਲਾਨ ਮਰਡਰ। ਹੁਣ ਇਸ ਤੋਂ ਬਾਅਦ ਸਰ, ਜਦੋਂ ਮੈਂ ਬਹੁਤ ਮਿਹਨਤ ਕਰਕੇ, ਬਹੁਤ ਸਟਰਗਲ ਕਰਕੇ FIR ਦਰਜ ਕਰਾਈ, ਪਹਿਲੇ ਤਾਂ ਕੋਈ FIR ਦਰਜ ਕਰਨ ਨੂੰ ਤਿਆਰ ਨਹੀਂ ਸੀ। ਬਹੁਤ ਸਾਰੀਆਂ ਕਾਲਸ ਗਈਆਂ, ਪੰਚਕੂਲਾ ਤੋਂ ਕਾਲਸ ਆਉਣੀਆਂ ਸ਼ੁਰੂ ਹੋਈਆਂ, ਫਿਰ ਜਾ ਕੇ 2 ਅਕਤੂਬਰ 2022 ਨੂੰ FIR ਦਰਜ ਹੁੰਦੀ ਹੈ। ਹੁਣ ਉਸ ਤੋਂ ਬਾਅਦ FIR ਦਰਜ ਹੋਈ ਅੰਡਰ ਸੈਕਸ਼ਨ 376, 506, 328 ਵਾਸ ਐਡਡ ਲੇਟਰ ਔਨ। ਹੁਣ ਇੱਥੇ ਸਰ ਕੁਐਸਚਨ ਇਹ ਹੈ ਕਿ ਪੁਲਿਸ ਨੇ ਕਸਟੋਡੀਅਲ ਇੰਟੈਰੋਗੇਸ਼ਨ ਨਹੀਂ ਕੀਤੀ, ਫਸਟ ਆਫ ਆਲ। ਸੈਕਿੰਡਲੀ, ਨਾ ਬੰਦੇ ਦੀ ਗੱਡੀ ਸੀਜ਼ ਹੋਈ, ਨਾ ਉਹਦਾ ਫੋਨ ਸੀਜ਼ ਹੋਇਆ, ਤੇ ਅਸੀਂ ਇਨਵੈਸਟੀਗੇਸ਼ਨ ਕੀਤੀ ਕੀ। ਵਾਟ ਦੇ ਹੈਵ ਡਨ, ਦੇ ਹੈਵ ਕੈਪਟ ਔਨ ਸੈਂਡਿੰਗ ਮੀ ਦਾ ਨੋਟਿਸਿਸ, ਤੁਸੀਂ ਆ ਕੇ ਇਨਵੈਸਟੀਗੇਸ਼ਨ ਜੁਆਇਨ ਕਰੋ। ਤੇ ਮੇਰੀ ਔਨ ਰਿਕਾਰਡਡ ਨੇ ਜਿੰਨੀਆਂ ਵੀ ਮੈਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਥਾਣੇ ਦੇ ਵਿੱਚ ਜਾਂ CP ਮੈਡਮ ਨੂੰ, ਉਹ ਸਾਰੀਆਂ ਰਿਕਾਰਡਡ ਨੇ, ਈਮੇਲਸ ਨਾਲ ਦੀ ਨਾਲ ਗਈਆਂ ਨੇ, ਬਾਕਾਇਦਾ ਕਾਲਸ ਨੇ ਜੋ ਮੈਂ ਆਪਣੇ ਵਕੀਲ ਸਾਹਿਬ ਨੂੰ ਕੀਤੀਆਂ ਜਾਂ ਉਹਨਾਂ ਨੇ ਅੱਗੇ ਜੋ ਵੀ ਸਾਡਾ ਕੰਸਰਨ ਸੀਗਾ ਪੁਲਿਸ ਆਫੀਸਰਸ ਦੇ ਨਾਲ ਸ਼ੇਅਰ ਕੀਤਾ। ਬਾਵਜੂਦ ਇਹਦੇ ਐਂਡ ਆਫ ਦਾ ਡੇ ਇਹਨਾਂ ਨੇ ਕੀ ਕੀਤਾ, ਵਿਦਿਨ 2 ਮੰਥਸ ਇਹਨਾਂ ਨੇ ਉਹ ਕੈਂਸਲੇਸ਼ਨ ਰਿਪੋਰਟ ਫਾਈਲ ਕਰਤੀ। ਕੈਂਸਲੇਸ਼ਨ ਰਿਪੋਰਟ ਫਾਈਲ ਕਰਦੇ ਹੋਏ ਮੇਰਾ ਕੋਈ ਵੀ ਮਟੀਰੀਅਲ ਐਵੀਡੈਂਸ ਜਿਹੜਾ ਸੀ ਉਹ ਔਨ ਪਲੇਸ ਨਹੀਂ ਕੀਤਾ, ਸਿਰਫ ਔਰ ਸਿਰਫ ਉਹਦੇ ਵਿੱਚ ਨੋਟਿਸਿਸ ਲਾ ਦਿੱਤੇ ਕਿ ਅਸੀਂ ਇੰਨੇ ਨੋਟਿਸਿਸ ਇਹਨਾਂ ਨੂੰ ਭੇਜੇ ਔਰ ਇਹਨਾਂ ਨੇ ਇਨਵੈਸਟੀਗੇਸ਼ਨ ਜੁਆਇਨ ਨਹੀਂ ਕੀਤੀ, ਜਦ ਕਿ ਮੈਂ ਸਾਰੀ ਇਨਵੈਸਟੀਗੇਸ਼ਨ ਜੁਆਇਨ ਕੀਤੀ, ਜਿੰਨਾ ਮੇਰਾ ਮਟੀਰੀਅਲ ਐਵੀਡੈਂਸ ਸੀ ਉਹ ਦਿੱਤਾ, ਔਰ ਉਹ ਸੋਸ਼ਲ ਮੀਡੀਆ ਤੇ ਵੀ ਹੈ। ਔਰ ਸੋਸ਼ਲ ਮੀਡੀਆ ਤੋਂ ਹੀ ਐਵੀਡੈਂਸ ਚੁੱਕ ਕੇ ਉਸ ਬੰਦੇ ਨੇ ਇੱਕ ਬੇਲ ਕੈਂਸਲੇਸ਼ਨ ਮੇਰੇ ਖਿਲਾਫ ਫਾਈਲ ਕੀਤੀ, ਜਿਹਦੇ 'ਚੋਂ ਕਹਿੰਦਾ ਜੀ ਦੇਖੋ ਸੋਸ਼ਲ ਮੀਡੀਆ ਤੇ ਇਹਨੇ ਮੇਰੇ ਖਿਲਾਫ ਇਹ ਲਿਖਿਆ। ਤੇ ਜੇ ਉਹ ਐਵੀਡੈਂਸ ਸੋਸ਼ਲ ਮੀਡੀਆ ਤੇ ਆ ਸਕਦਾ ਤਾਂ ਕੋਰਟ 'ਚ ਕਿਉਂ ਨਹੀਂ ਪਹੁੰਚਿਆ, ਫਸਟ ਆਫ ਆਲ। ਸੈਕਿੰਡ ਸੀਗਾ CRPC 157(1), ਇਟ ਕਲੀਅਰਲੀ ਸੇਜ਼ ਵੇਅਰ ਐਵਰ ਦਾ ਵਿਕਟਮ ਵਿਲ ਫੀਲ ਸੇਫ, ਉੱਥੇ ਉਹ ਆਪਣਾ ਬਿਆਨ ਦੇਗਾ। ਮੈਂ ਸਾਰੇ ਪੁਲਿਸ ਆਫਿਸਰਸ ਗੁੜਗਾਉਂ ਦੇ ਮੈਂ ਸਾਰੀਆਂ ਈਮੇਲਸ ਵੀ ਪ੍ਰੋਵਾਈਡ ਕਰ ਸਕਦੀ ਹਾਂ, ਜਿੱਥੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਆਈ ਐਮ ਐਟ ਚੰਡੀਗੜ੍ਹ, ਪਲੀਜ਼ ਕਮ ਟੂ ਬਾਰ ਕਾਉਂਸਿਲ ਆਫ ਪੰਜਾਬ ਐਂਡ ਹਰਿਆਣਾ ਔਰ ਪੰਜਾਬ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ, I will give my statements whatever you want for the further investigation। ਉਹਨਾਂ ਨੇ ਉਸ ਚੀਜ਼ ਨੂੰ ਕੰਸੀਡਰ ਨਹੀਂ ਕੀਤਾ। 157 CRPC 1 clause 1 clearly violated। Then after they have planted a girl named Deepika Bhardwaj, she has clearly violated section 228A IPC। ਉਹਦੇ ਖਿਲਾਫ ਅਸੀਂ ਬਹੁਤ ਸਾਰੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ, ਹਾਲੇ ਵੀ ਉਹ ਮੁਕੱਦਮਾ ਜਿਹੜਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕੋਲ ਪੈਂਡਿੰਗ ਹੈ, ਜਿਹਦੇ ਵਿੱਚ SHO ਮੈਡਮ ਪਰਸੋਂ ਪੇਸ਼ ਵੀ ਹੋਏ ਸੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਅਸੀਂ FIR ਦਰਜ ਕਰਾਂਗੇ, ਸਟਿਲ ਦੇਅਰ ਇਜ਼ ਨੋ ਪ੍ਰੋਗਰੈਸ ਔਨ ਦੈਟ। 228 ਦਾ ਵਾਇਓਲੇਸ਼ਨ ਹੋ ਗਿਆ, 157 ਦਾ ਵਾਇਓਲੇਸ਼ਨ ਹੋ ਗਿਆ। ਥਰਡ ਵਾਇਓਲੇਸ਼ਨ, ਜਦੋਂ ਤੁਸੀਂ ਕੈਂਸਲੇਸ਼ਨ ਰਿਪੋਰਟ ਪੇਸ਼ ਕੀਤੀ ਸੀ ਉਦੋਂ ਤੁਸੀਂ ਮੈਨੂੰ ਨੋਟਿਸ ਦੇਣਾ ਸੀ, ਮੈਂ ਕੋਰਟ 'ਚ ਪੇਸ਼ ਹੋਣਾ ਸੀ। ਅਗਰ ਮੈਨੂੰ ਉਹ ਕੈਂਸਲੇਸ਼ਨ ਨਾ ਮਨਜ਼ੂਰ ਹੁੰਦੀ ਮੈਂ ਉੱਥੇ ਪ੍ਰੋਟੈਸਟ ਪਟੀਸ਼ਨ ਦੇਣੀ ਸੀ, ਮੈਨੂੰ ਨੋਟਿਸ ਹੀ ਨਹੀਂ ਦਿੱਤਾ ਗਿਆ। ਪੁਲਿਸ ਨੇ ਜਾ ਕੇ ਉੱਥੇ ਪੇਸ਼ ਕਰਤੀ ਆਪਣੀ ਕੈਂਸਲੇਸ਼ਨ ਰਿਪੋਰਟ, ਮੈਨੂੰ 10-15 ਦਿਨ ਬਾਅਦ ਪਤਾ ਲੱਗਿਆ, ਫਿਰ ਮੈਂ ਜਾ ਕੇ ਉੱਥੇ ਆਪਣੀ ਪ੍ਰੋਟੈਸਟ ਪਟੀਸ਼ਨ ਪੈਂਡਿੰਗ ਕੀਤੀ। ਨਾਓ ਦਾ ਕੇਸ ਇਜ਼ ਅੰਡਰ ਰੀ-ਇਨਵੈਸਟੀਗੇਸ਼ਨ। ਅੱਜ ਵੀ ਜਦੋਂ ਕੇਸ ਰੀ-ਇਨਵੈਸਟੀਗੇਸ਼ਨ ਵੀ ਹੈ ਤਦ ਵੀ ਉਸ ਬੰਦੇ ਦਾ ਸਸਪੈਂਸ਼ਨ ਨਹੀਂ ਹੋਇਆ। ਔਰ ਹਰਿਆਣਾ ਸਰਵਿਸ ਰੂਲਸ ਅਗਰ ਅਸੀਂ ਚੁੱਕ ਕੇ ਦੇਖੀਏ, ਮੋਰਲ ਟਰਪੀਟਿਊਡ ਇਜ਼ ਅ ਡਿਸਕੁਆਲੀਫਿਕੇਸ਼ਨ ਫॉर ਦਾ ਗਵਰਨਮੈਂਟ ਸਰਵੈਂਟ। ਔਰ ਇਹ ਜੁਡੀਸ਼ਰੀ ਹੈ ਜਿੱਥੇ ਮੈਂ ਹੈਰਾਨ ਆ ਕਿ ਇੱਕ ਕੋਰਟ ਦੇ ਵਿੱਚ ਇੱਕ ਬੰਦਾ ਪ੍ਰੈਜ਼ੈਂਟ ਹੈ ਸਿੰਸ ਦਾ FIR ਲਾਂਚ,
ਉਸ ਦਿਨ ਤੋਂ ਲੈ ਕੇ ਅੱਜ ਤੱਕ ਬੰਦੇ ਤੇ ਇੱਕ ਵੀ ਐਕਸ਼ਨ ਨਹੀਂ। ਅਸੀਂ ਕੀ ਗੱਲ, ਅਗਰ ਉਹ ਐਡਵੋਕੇਟ ਹੈ ਤਾਂ ਲਾਅ ਹੀ ਚੇਂਜ ਕਰ ਦਾਂਗੇ ਜਸਟ ਬਿਕੋਜ਼ ਹੀ ਇਜ਼ ਅ ਰਿਲੇਟਿਵ, ਹੀ ਇਜ਼ ਅ ਸਨ ਆਫ ਰਿਟਾਇਰਡ ਡੀਏ। ਉਹਦੇ ਫਾਦਰ ਸਾਹਿਬ ਨੇ ਲਾਲ ਸਿੰਘ ਯਾਦਵ ਜੀ, ਪਹਿਲੇ ਡੀਏ ਸੀਗੇ, ਡਿਸਟ੍ਰਿਕਟ ਅਟਾਰਨੀ, ਉਹਨਾਂ ਦਾ ਬੇਟਾ ਹਿਮਾਂਸ਼ੂ ਯਾਦਵ। ਅਗਰ ਅਸੀਂ ਉਹਦਾ ਸਰਵਿਸ ਰਿਕਾਰਡ ਵੀ ਚੈੱਕ ਕਰੀਏ ਤਾਂ ਉਹਦਾ ਸਰਵਿਸ ਰਿਕਾਰਡ ਵੀ ਇਹ ਦੱਸਦਾ ਕਿ ਰਿਜ਼ਲਟ 'ਚ ਉਹ ਫਲੰਕ ਕੀਤਾ ਸੀ, ਪਾਸ ਨਹੀਂ ਸੀ, ਇਲੀਗਲੀ ਉਹਦੀ ਪੋਜੀਸ਼ਨ ਜਿਹੜੀ ਹੈ ਪਬਲਿਕ ਪ੍ਰੋਸੀਕਿਊਟਰ ਦੀ, ਉਹ ਉੱਥੇ ਬੈਠਾ ਹੋਇਆ ਪੋਜੀਸ਼ਨ ਤੇ। ਵਾਈਵਾ ਦੇ ਅਗਰ ਅਸੀਂ ਆਰਟੀਆਈ ਲਾਈ ਕਿ ਸਾਨੂੰ ਮਾਰਕਸ ਦੱਸੇ ਜਾਣ, ਇੰਟਰਨੈਟ ਕਾਪੀ ਆਲਰੇਡੀ ਗੂਗਲ ਤੇ ਅਵੇਲੇਬਲ ਹੈ, ਬਟ ਮੈਨੂੰ ਇੱਕ ਸਰਟੀਫਾਈਡ ਡਾਕੂਮੈਂਟ ਚਾਹੀਦਾ ਸੀ। ਮੈਂ ਆਰਟੀਆਈ ਲਾਈ, ਆਰਟੀਆਈ 'ਚ ਕਹਿੰਦੇ ਅਸੀਂ ਡਾਕੂਮੈਂਟ ਨਹੀਂ ਦੇ ਸਕਦੇ। ਮੈਂ ਉੱਤੇ ਅਪੀਲ ਪਾਈ ਕਿ ਜਿਹੜਾ ਡਾਕੂਮੈਂਟ ਪਬਲਿਕਲੀ ਆਲਰੇਡੀ ਗੂਗਲ ਤੇ ਅਵੇਲੇਬਲ ਹੈ, ਇੰਟਰਨੈਟ ਕਾਪੀ ਉਹ ਰਿਜ਼ਲਟ ਦੀ ਆਲਰੇਡੀ ਅਵੇਲੇਬਲ ਹੈ, ਆਰਟੀਆਈ 'ਚ ਦੇਣ ਤੋਂ ਮਨਾ ਕਿਵੇਂ ਕੀਤਾ ਜਾ ਸਕਦਾ ਹੈ? ਆਰਟੀਆਈ 'ਚ ਅਸੀਂ ਉਹ ਡਾਕੂਮੈਂਟ ਨਹੀਂ ਦੇ ਸਕਦੇ ਜਿਹੜੇ ਕੋਈ ਕੌਨਫੀਡੈਂਸ਼ੀਅਲ ਨੇ ਜਾਂ ਪਬਲਿਕ ਨਹੀਂ ਹੋ ਸਕਦੇ। ਜਿਹੜੀ ਚੀਜ਼ ਪਬਲਿਕ ਹੈ ਉਹਨੂੰ ਅਸੀਂ ਕਿਉਂ ਡਿਨਾਈ ਕਰ ਰਹੇ ਕਿ ਅਸੀਂ ਨਹੀਂ ਦੇਣਾ, ਜਸਟ ਬਿਕੋਜ਼ ਦੇ ਨੋ ਦੈਟ ਵੀ ਆਰ ਐਟ ਫਾਲਟ। ਔਰ ਇਹ ਇੱਕ ਹਾਈ ਕੋਰਟ ਵੱਲੋਂ ਆਰਡਰ ਹੈ ਜਿਹਦੇ ਵਿੱਚ ਪੁਲਿਸ ਨੂੰ ਪਾਰਟੀ ਇੰਪਲੀਡ ਕੀਤਾ ਹੋਇਆ, ਕਿਉਂਕਿ ਪੁਲਿਸ ਕੀ ਕਰਦੀ ਹੈ ਕਿ ਮੇਰੇ ਖਿਲਾਫ ਜਾ ਕੇ ਕਹਿੰਦੀ ਹੈ ਡਿਸਟ੍ਰਿਕਟ ਕੋਰਟ 'ਚ ਦੈਟ ਸ਼ੀ ਇਜ਼ ਅਨਟ੍ਰੇਸੇਬਲ ਐਂਡ ਆਈ ਐਮ ਔਨ ਪ੍ਰੋਟੈਸਟ। ਤੁਹਾਡੇ 'ਚ ਬਹੁਤ ਮੀਡੀਆ ਪਰਸਨ ਸ਼ਾਇਦ ਜਾਣਦੇ ਵੀ ਨੇ, ਆਈ ਐਮ ਔਨ ਪ੍ਰੋਟੈਸਟ ਸਿਟਿੰਗ ਔਨ ਦ ਰੋਡ, sleeping in my car. How can I become untraceable when I am filing cases on the state? ਔਰ ਅੱਜ ਤੱਕ ਇਹਨਾਂ ਪੁਲਿਸ ਵਾਲਿਆਂ ਤੇ ਕੀ ਕਾਰਵਾਈ ਹੋਈ ਹੈ ਉਹਦਾ ਕੋਈ ਰਿਕਾਰਡ ਨਹੀਂ ਸਾਡੇ ਕੋਲ, ਬਟ ਪਾਰਟੀ ਇੰਪਲੀਡਡ ਦੇ ਹੈਵ ਨੋਟਿਸ ਟੂ ਫਾਈਲ ਅ ਰਿਪਲਾਈ ਔਨ ਦਿਸ। ਔਰ ਦੂਸਰੀ ਤਾਂ ਅੰਦਲੇਬਾਜ਼ੀ ਕੀ ਹੁੰਦੀ ਹੈ ਕਿ ਉਹਦੇ ਵਿੱਚ ਹੀ ਇੱਕ ਕ੍ਰਿਮੀਨਲ ਕੌਨਸਪੀਰੈਂਸੀ ਦਾ ਹੀ ਪਾਰਟ ਹੈ ਹਿਮਾਂਸ਼ੂ ਯਾਦਵ ਵਾਲਾ ਜਿਹੜਾ ਕੇਸ ਹੈ। ਉਸ ਕ੍ਰਿਮੀਨਲ ਕੌਨਸਪੀਰੈਂਸੀ ਦੀ ਮੈਂ ਜਦੋਂ ਆਪਣੀ ਕੰਪਲੇਂਟ ਪਾਈ, ਉਸ ਕੰਪਲੇਂਟ ਨੂੰ ਚੱਲਦੇ ਤਕਰੀਬਨ 1 ਸਾਲ ਹੋ ਗਿਆ, ਅਜੇ ਤੱਕ ਉਹ 'ਤੇ FIR ਦਰਜ ਨਹੀਂ। ਕੋਰਟ ਉਹਨਾਂ ਨੂੰ ਨੋਟਿਸ ਕਰਦੀ SHO ਨੂੰ, ਐਂਡ ਇਟ ਬੀਨ 7 ਮੰਥਸ ਕਿ ਅਜੇ ਤੱਕ SHO ਨੇ ਰਿਪੋਰਟ ਪੇਸ਼ ਨਹੀਂ ਕੀਤੀ 7 ਮਹੀਨਿਆਂ ਦੇ ਵਿੱਚ। ਔਰ ਇਹ ਜੁਡੀਸ਼ਰੀ ਦਾ ਹਾਲ ਹੈ ਕਿ SHO ਨੂੰ 7 ਵਾਰੀ ਅਗਰ ਕੋਈ ਕੋਰਟ ਕਵੇ ਤੇ ਉਹ ਪੇਸ਼ ਨਾ ਹੋਵੇ ਤੇ ਜੁਡੀਸ਼ਰੀ ਕੋਈ ਐਕਸ਼ਨ ਨਾ ਲਵੇ। ਜੇ ਅਕਿਊਜ਼ਡ ਇੱਕ ਵਾਰੀ ਪ੍ਰੈਜ਼ੈਂਟ ਨਹੀਂ ਹੁੰਦਾ ਤਾਂ ਉਹਦੇ BW ਨਿਕਲ ਆਉਂਦੇ ਆ, ਤੇ ਜੇ SHO ਪ੍ਰੈਜ਼ੈਂਟ ਨਹੀਂ ਹੋ ਰਿਹਾ ਤੇ ਅਸੀਂ ਉੱਥੇ ਸਟ੍ਰਿਕਟ ਕਿਉਂ ਨਹੀਂ ਹੋਣਾ ਚਾਹੁੰਦੇ? ਦਿਸ ਇਜ਼ ਮਾਈ ਕੰਸਰਨ ਕਿ ਅਗਰ ਜੁਡੀਸ਼ਰੀ ਪੱਖਪਾਤ ਨਹੀਂ ਕਰੇਗੀ ਤਾਂ ਹੀ ਤਾਂ ਕਿਸੇ ਨੂੰ ਕੋਈ ਰਿਲੀਫ ਮਿਲੇਗਾ। ਜੁਡੀਸ਼ਰੀ ਪੱਖਪਾਤ ਇਸ ਲਈ ਕਰ ਰਹੀ ਹੈ ਕਿਉਂਕਿ ਉੱਥੇ ਪਰਿਵਾਰਵਾਦ ਹੈ। ਜਿਹੜੀ ਗੱਲ ਸਰ ਨੇ ਕਹੀ ਸੀ, ਕੋਈ ਕਿਸੇ ਦਾ ਭਤੀਜਾ ਹੈ, ਕੋਈ ਕਿਸੇ ਦਾ ਜਵਾਈ ਹੈ, ਹੁਣ ਨਿਆਂ ਕਰੇ ਕੌਣ? परिचय के रूप में मैं कहूँ जी, मैं डॉक्टर AP सिंह, सुप्रीम कोर्ट बार एसोसिएशन का लाइफ टाइम मेंबर हूँ और 26 वर्षों से वहाँ वकालत करता हूँ और सीनियर मेंबर हूँ। आज यहाँ आपके लुधियाना में जो प्रेस कॉन्फ्रेंस रखी गई है, आदरणीय हरीश राय ढांडा जी जो कि पंजाब विधानसभा में विधायक के रूप में अपनी प्रदेश को सेवाएं दे चुके हैं, बार काउंसिल के प्रधान के रूप में भी सेवाएं वर्षों वर्ष से देते लगातार चले आए हैं और प्रदेश के वकीलों के लिए लगातार जुझारू, आम जनता के लिए भी, क्योंकि एडवोकेट होने के नाते, लेकिन आम जनता के लिए भी सदैव रहे हैं समर्पित। और आज यहाँ ये मामला है जो कि जुडिशियल एस्पिरेंट्स एसोसिएशन देश की उन वकीलों के लिए काम कर रही है जो वकील न्यायिक प्रणाली में न्यायाधीश बनने के लिए जाते हैं, एग्ज़ाम देते हैं, इंटरव्यू देते हैं, टेस्ट देते हैं और उसमें जो धांधली होती है, जो भाई भतीजावाद होता है, जो उसमें डिस्क्रप्सीज हैं, उन सब के विरोध में, एक तरह से दूसरे छोटे शब्दों में कहें, जो न्यायाधीश बनने वाले हैं, जज बनने वाले हैं, उनके अधिकारों की लड़ाई लड़ने के लिए, उनके अधिकार उन्हें मिलें, उनके साथ न्याय हो। जो न्यायाधीश बनेंगे कुछ समय बाद, या न्यायाधीश बनने की श्रेणी में हैं, या उस एग्ज़ाम में हैं, या उस लाइन में है, या उस परीक्षा में है, या उस इंटरव्यू देने की श्रेणी में हैं, उनको न्याय की लड़ाई लड़ने के लिए आज आदरणीय ढांडा साहब के यहाँ आप लोगों को इनवाइट किया गया है, जिससे क्योंकि आप चौथा स्तंभ हैं। अगर न्यायपालिका हमारा एक स्तंभ है, कार्यपालिका एक स्तंभ है, विधायिका स्तंभ है, तो न्यायपालिका भी चौथा स्तंभ है। इसमें क्या होता है, जो परीक्षाएं हो रही हैं, पेपर लीक होना एक आम बात हो चुकी है, ये भी उससे बचा हुआ नहीं है, ये विभाग भी बचा हुआ नहीं है। इसके लिए हम लोगों ने पंजाब के आदरणीय मुख्यमंत्री आदरणीय भगवंत मान जी को ज्ञापन दिया, मेमोरेंडम सौंपा, उनसे मुलाकात की और उन्हें ये समस्याएं बताईं।
उससे भी पहले जब ये परीक्षा यहाँ हो रही थी तो उसमें जिस समय एग्ज़ाम देने के लिए पंजाब जुडिशरी के एग्ज़ाम दिए जा रहे थे उस समय फॉर्म भरने की बात हुई, तो फॉर्म भरते समय कंप्यूटर में लिंचेस हुई और कंप्यूटर हैक हो गए, रुक गए, फॉर्म बहुत से परीक्षार्थी नहीं भर पाए। फिर उसके लिए माननीय मुख्यमंत्री जी ने आदेश किया कि नहीं वो भरेंगे। उसके बाद स्ट्राइक हो गई, स्ट्राइक के बाद भी रुकावट हो गई, स्ट्राइक को बाद में अवैध मानी गई और उनका भविष्य खराब हुआ। उसके बाद जो परीक्षा हुई उसमें धांधली हुई और परीक्षा के साथ बाद जो इंटरव्यू होते हैं उसमें सबसे बड़ी धांधली क्या होती है कि जो अपने विद्यालय का, अपने यूनिवर्सिटी का, अपने लॉ कॉलेज का, डिग्री कॉलेज का, लॉ के क्षेत्र का, लॉ के एग्ज़ाम का टॉपर है, जो गोल्ड मेडलिस्ट है, जो सबसे अधिक नंबर पाता है, 80%, 90%, 98% नंबर पाता है, लॉ के एग्ज़ाम में पास होता है और जब उसी का इंटरव्यू लिया जाता है तो वो जो हीरो होता है वहाँ अपने विधि के क्षेत्र में, विधि के ज्ञान में, लीगल नॉलेज में, वो ज़ीरो हो जाता है जाके वहाँ। ये बहुत बड़ी भ्रांति है जिसको जानबूझ के उनके साथ किया जा रहा है। इसके पीछे कारण है, इस देश में जुडिशरी में 350 परिवार हैं, वही पूरी तरह से हावी हैं, वही उनके लिए कर रहे हैं, उन्हीं के परिवार, उन्हीं के आपस में ये चीज़ें हैं जिसके लिए ये लड़ाई है। क्योंकि एसेस टू जस्टिस फॉर ऑल, अगर न्याय सबके लिए भारत सरकार का मूवमेंट है, मोटो है, तो न्याय उन न्यायाधीशों के लिए भी मिलना चाहिए जो न्यायाधीश बनने की श्रेणी में हैं और न्याय देने के लिए तत्पर हैं, न्यायालय के कार्य में जुड़ने के लिए तत्पर हैं, जज बनने के लिए एग्ज़ाम देते हैं। राजस्थान में भी ऐसा हुआ, मध्य प्रदेश में भी ऐसा हुआ, दिल्ली में भी हुआ। अब उसकी सबसे बड़ी एक उदाहरण देता हूँ। जब इंटरव्यू होता है, इंटरव्यू में छात्र जो तैयार करता है, अपना एग्जामिनेशन के लिए तैयार होता है, इंटरव्यू के लिए तैयार होता है, जज बनने के लिए पूरी तरह से कॉन्फिडेंट होता है, उससे सवाल पूछे जाते हैं, तुमने हिमाचल में भरा, यहाँ क्यों भरा? तुम रहने वाले दिल्ली के हो तो पंजाब के क्यों भरा? पंजाब वाले से कहा जाता है हरियाणा का क्यों भरा? एक बात, जबकि भारत का संघ तो फेडरल है, संघीय देश में रहते हैं, संघीय देश में रहने के दौरान भी अगर यहाँ ऐसा पूछा जाएगा सवाल तो दुख है। उसके बाद फिर क्या पूछा जाता है, छात्र और एग्जामिनर यहाँ बैठा है, इंटरव्यू लेने वाले ऐसे बैठे हैं, वो लाइट की तरफ देख रहे हैं, वो फैन की तरफ देख रहे हैं, तुमने पिटीशन क्यों डाली थी? तुमने हाई कोर्ट में पिटीशन क्यों डाली थी? तुम हाई कोर्ट क्यों गए थे? तुम सुप्रीम कोर्ट क्यों गए थे? तुम्हारी याचिका क्यों लगी थी? तुमने ऐसा क्यों किया था? तो क्या बदले की भावना के लिए इंटरव्यू लिया जाता है? क्या इंटरव्यू के माध्यम से ऐसी बात पता की जाती कौन किस परिवार का कहाँ का है? ये बातें की जाती हैं जो कि गलत हैं, जो कि नहीं होना चाहिए। और इसके माध्यम से पंजाब के हम माननीय गवर्नर साहब से भी टाइम ले रहे हैं, माननीय गवर्नर साहब से भी, उनसे भी हम दखल देंगे कि इसमें न्यायिक प्रणाली में भी अगर सफाई नहीं होगी, पार्शलिटी नहीं होगी, तो देश का हर व्यक्ति यही कहता है, जब कोई उसके साथ कोई छोटी से छोटी घटना होती है, ढांडा साहब बहुत बड़े वकालत के रूप में, राजनीति के रूप में, समाज के रूप में, वकीलों के नेता के रूप में भी रहे हैं, छोटे से छोटा व्यक्ति कहता है आई विल सी यू इन कोर्ट, मैं तुम्हें कोर्ट में देखूंगा। वो कोर्ट पर विश्वास रखता है, अदालत पर भरोसा रखता है कि हमारी न्यायपालिका सही है, साफ है, पारदर्शी है, और यहाँ इसी में इतनी कमी है। इसके लिए हमारी ये मांग है, मैं गवर्नर साहब से भी पंजाब के बात कर टाइम ले रहे हैं, और इसके साथ हम चाहते हैं कि जो ऐसे छात्र हैं जो इस तरह के एग्ज़ाम होते हैं, उन पर सर्वोच्च न्यायालय के माननीय न्यायाधीश, माननीय लॉ मिनिस्टर और माननीय प्रधानमंत्री जी हस्तक्षेप करें, और उसके बाद प्रदेश के गवर्नर साहब एक कमेटी बनाएं और ऐसे छात्रों से मिले जिससे इसमें पारदर्शिता आ सके। अगर न्यायाधीशों की नियुक्ति में पारदर्शिता नहीं आएगी तो और भी कई समस्याएं पैदा हो जाएंगी जो कि इतने वर्षों से लगातार चल रही है। इसलिए हमारी मांग है कि उसमें प्रधानमंत्री महोदय, माननीय गवर्नर साहब और माननीय मुख्यमंत्री जी और लॉ मिनिस्टर स्टेट के और केंद्र के और ऑनरेबल चीफ जस्टिस ऑफ इंडिया उसमें समस्याओं का समाधान करें। वर्तमान में ऑनरेबल चीफ जस्टिस ऑफ इंडिया काफ़ी लोगों के प्रति सजग हैं, जागरूक हैं, ज्वलंत हैं, वाइब्रेंट हैं, तो ये चीज़ होनी चाहिए। और आज देश में जब हम दुनिया के सबसे बड़े डेमोक्रेसी, वी आर द बिगेस्ट डेमोक्रेसी ऑफ द वर्ल्ड, हम लोकतंत्र की मदर हैं,
हम G20 के माध्यम से पूरी दुनिया को संदेश देना चाहते हैं। और हमारी न्यायपालिका की सिस्टम, जो न्यायाधीशों की नियुक्ति इतनी कमज़ोर प्रणाली के द्वारा चल रही है, इसके लिए हम आगे की प्रोसीड कर रहे हैं और हम उसमें आगे की कार्रवाई करेंगे। अब आदरणीय ढाडा साहब इस पर अपना वक्तव्य